ਪ੍ਰੇਜ਼ ਦ ਲਾਰਡ ਜੀਸਸ ਕ੍ਰਾਈਸਟ। ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਆਪਾਂ ਪਾਸਟਰ ਐਲਵਿਸ ਦੇ ਰੋਮੀਆਂ 13:10 ਉੱਤੇ ਦਿੱਤੇ ਗਏ ਬਹੁਤ ਹੀ ਡੂੰਘੇ ਉਪਦੇਸ਼ ਬਾਰੇ ਗੱਲ ਕਰਾਂਗੇ। ਇਹ ਇੱਕ ਅਜਿਹਾ ਵਿਸ਼ਾ ਹੈ ਜੋ ਬਾਈਬਲ ਦੇ ਇੱਕ ਬਹੁਤ ਹੀ ਖਾਸ ਸਿਧਾਂਤ ਤੇ ਚਾਨਣਾ ਪਾਉਂਦਾ ਹੈ ਕਿ ਆਖਰ ਗੁਆਂਢੀ ਨਾਲ ਪ੍ਰੇਮ ਰੱਖਣ ਦਾ ਅਸਲ ਮਤਲਬ ਕੀ ਹੈ। ਇਹ ਪੂਰਾ ਵਿਸ਼ਲੇਸ਼ਣ ਸੱਚਮੁੱਚ ਬਹੁਤ ਹੀ ਗਿਆਨਵਰਧਕ ਹੋਣ ਵਾਲਾ ਹੈ, ਇਸ ਲਈ ਆਪਾਂ ਸਿੱਧਾ ਇਸ ਵਿੱਚ ਚੱਲਦੇ ਹਾਂ। ਅੱਜ ਦੀ ਇਸ ਚਰਚਾ ਦੀ ਰੂਪਰੇਖਾ ਬਿਲਕੁਲ ਸਪਸ਼ਟ ਹੈ। ਆਪਾਂ ਗੁਆਂਢੀ ਨਾਲ ਪਿਆਰ ਦੇ ਸਿਧਾਂਤ ਤੋਂ ਸ਼ੁਰੂਆਤ ਕਰਾਂਗੇ, ਫਿਰ ਅਸਲ ਗੁਆਂਢੀ ਦੀ ਪਰਿਭਾਸ਼ਾ ਨੂੰ ਸਮਝਾਂਗੇ, ਉਸ ਤੋਂ ਬਾਅਦ ਈਰਖਾ ਦੇ ਖਤਰੇ ਅਤੇ ਲਾਲਚ ਦੇ ਜਾਲ ਤੇ ਝਾਤ ਮਾਰਾਂਗੇ ਅਤੇ ਅੰਤ ਵਿੱਚ ਦੂਜਿਆਂ ਦੀ ਉੱਨਤੀ ਕਰਨ ਦੀਆਂ ਉਦਾਹਰਣਾਂ ਦੇ ਨਾਲ-ਨਾਲ ਬਾਈਬਲ ਦੇ ਕਾਨੂੰਨ ਦੀ ਪੂਰਤੀ ਬਾਰੇ ਚਰਚਾ ਕਰਾਂਗੇ। ਇਹ ਅਸਲ ਵਿੱਚ ਨਵੇਂ ਨਿਯਮ ਦੇ ਸਿਧਾਂਤਾਂ ਨੂੰ ਪੁਰਾਣੇ ਨਿਯਮ ਦੀਆਂ ਉਦਾਹਰਣਾਂ ਨਾਲ ਜੋੜਨ ਦਾ ਇੱਕ ਵਧੀਆ ਤਰੀਕਾ ਹੈ। ਭਾਗ ਪਹਿਲਾ, ਪਿਆਰ ਦਾ ਸਿਧਾਂਤ। ਰੋਮੀਆਂ 13:10 ਵਿੱਚ ਬੁਨਿਆਦ। ਹੁਣ ਰੋਮੀਆਂ 13:10 ਵਿੱਚ ਦਰਜ ਇਹ ਹਵਾਲਾ ਸੱਚਮੁੱਚ ਦਿਲਚਸਪ ਹੈ। ਇੱਥੇ ਲਿਖਿਆ ਹੈ, ਪ੍ਰੇਮ ਗੁਆਂਢੀ ਦੀ ਕੋਈ ਬੁਰਾਈ ਨਹੀਂ ਕਰਦਾ, ਇਸ ਲਈ ਪ੍ਰੇਮ ਰੱਖਣਾ ਵਿਵਸਥਾ ਨੂੰ ਪੂਰਾ ਕਰਨਾ ਹੈ। ਇਸ ਸਰੋਤ ਸਮੱਗਰੀ ਦਾ ਕੇਂਦਰੀ ਵਿਚਾਰ ਬਿਲਕੁਲ ਇਹੀ ਹੈ। ਸੱਚਾ ਪਿਆਰ ਸਰਗਰਮ ਰੂਪ ਵਿੱਚ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਦਾ ਹੈ ਅਤੇ ਦੇਖੋ, ਜਦੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਬ੍ਰਹਮ ਕਾਨੂੰਨ ਯਾਨੀ ਪਰਮੇਸ਼ਵਰ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਲਾਗੂ ਕਰਦਾ ਹੈ। ਇਹੋ ਹੀ ਤਾਂ ਸਾਰੀ ਸਿੱਖਿਆ ਦਾ ਅਸਲ ਨਿਚੋੜ ਹੈ। ਭਾਗ ਦੂਜਾ, ਅਸਲ ਗੁਆਂਢੀ ਦੀ ਪਰਿਭਾਸ਼ਾ। ਭੂਗੋਲਿਕ ਹੱਦਾਂ ਤੋਂ ਪਰੇ। ਇੱਥੇ ਸਭ ਤੋਂ ਮਹੱਤਵਪੂਰਨ ਨੁਕਤਾ ਇਹ ਹੈ ਕਿ ਬਾਈਬਲ ਦੇ ਇਸ ਸੰਦਰਭ ਵਿੱਚ ਗੁਆਂਢੀ ਸਿਰਫ ਉਹ ਵਿਅਕਤੀ ਨਹੀਂ ਹੈ ਜੋ ਸਾਡੇ ਘਰ ਦੇ ਨਾਲ ਰਹਿੰਦਾ ਹੈ। ਪਾਸਟਰ ਐਲਵਿਸ ਅਫੀਸ਼ੀਆਂ 4:25 ਦਾ ਹਵਾਲਾ ਦੇ ਕੇ ਇਹ ਬਿਲਕੁਲ ਸਪਸ਼ਟ ਕਰਦੇ ਹਨ ਕਿ ਗੁਆਂਢੀ ਅਸਲ ਵਿੱਚ ਇੱਕ ਸਾਥੀ ਵਿਸ਼ਵਾਸੀ ਜਾਂ ਕਲੀਸਿਆ ਦਾ ਮੈਂਬਰ ਹੈ। ਆਪਾਂ ਸਾਰੇ ਵਿਸ਼ਵਾਸੀ ਇੱਕ ਦੂਜੇ ਦੇ ਅੰਗ ਹਾਂ ਜੋ ਮਿਲ ਕੇ ਇੱਕਜੁੱਟ ਅਧਿਆਤਮਿਕ ਹਸਤੀ ਬਣਾਉਂਦੇ ਹਾਂ। ਮਤਲਬ ਕਿ ਕਲੀਸਿਆ ਵਿੱਚ ਨਾਲ ਬੈਠਣ ਵਾਲਾ ਜਾਂ ਸਾਡੇ ਨਾਲ ਪ੍ਰਾਰਥਨਾ ਕਰਨ ਵਾਲਾ ਹਰ ਵਿਅਕਤੀ ਸਾਡਾ ਅਸਲ ਗੁਆਂਢੀ ਹੈ। ਪੁਰਾਣੇ ਨਿਯਮ ਦੀਆਂ ਇਹ ਸਖਤ ਹੱਦਾਂ ਵੇਖੋ ਜੋ ਭਾਈਚਾਰੇ ਨੂੰ ਅੰਦਰੂਨੀ ਨੁਕਸਾਨ ਤੋਂ ਬਚਾਉਂਦੀਆਂ ਹਨ, ਜਿਵੇਂ ਕਿ ਕਿਸੇ ਖਿਲਾਫ ਝੂਠੀ ਗਵਾਹੀ ਨਾ ਦੇਣਾ, ਗੁਆਂਢੀ ਦੇ ਘਰ ਜਾਂ ਪਤਨੀ ਦਾ ਲਾਲਚ ਨਾ ਕਰਨਾ, ਪੁਰਾਣੀਆਂ ਹੱਦਾਂ ਨੂੰ ਨਾ ਹਟਾਣਾ, ਗੁਪਤ ਰੂਪ ਵਿੱਚ ਸਾਜ਼ਿਸ਼ ਨਾ ਰਚਣਾ ਅਤੇ ਮਦਦ ਕਰਨ ਵਿੱਚ ਕਦੇ ਦੇਰੀ ਨਾ ਕਰਨਾ। ਇਹ ਸੁਣਨ ਵਿੱਚ ਸ਼ਾਇਦ ਆਮ ਨਿਯਮ ਲੱਗਣ, ਪਰ ਅਸਲ ਵਿੱਚ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਨ ਕਿ ਭਾਈਚਾਰੇ ਦੇ ਅੰਦਰ ਹਰ ਕੋਈ ਸੁਰੱਖਿਅਤ ਮਹਿਸੂਸ ਕਰੇ। ਭਾਗ ਤੀਜਾ, ਈਰਖਾ ਦਾ ਖਤਰਾ। ਰਾਜਾ ਸ਼ਾਉਲ ਦਾ ਵਿਨਾਸ਼ਕਾਰੀ ਰਸਤਾ। ਅਤੇ ਇਹ ਬਹੁਤ ਹੀ ਸਪਸ਼ਟ ਢੰਗ ਨਾਲ ਦਰਸਾਉਂਦਾ ਹੈ ਕਿ ਕਿਵੇਂ ਦਾਊਦ ਦੀਆਂ ਫੌਜੀ ਸਫਲਤਾਵਾਂ ਨੂੰ ਵੇਖ ਕੇ ਰਾਜਾ ਸ਼ਾਉਲ ਦੀ ਤੀਵਰ ਈਰਖਾ ਇੱਕ ਭਿਆਨਕ ਜਨੂਨ ਵਿੱਚ ਬਦਲ ਗਈ। ਜਦੋਂ ਲੋਕਾਂ ਨੇ ਸ਼ਾਉਲ ਦੀ ਬਜਾਏ ਦਾਊਦ ਦੀਆਂ ਜਿੱਤਾਂ ਦੀ ਵਧੇਰੇ ਪ੍ਰਸ਼ੰਸਾ ਕਰਨੀ ਸ਼ੁਰੂ ਕੀਤੀ ਤਾਂ ਸ਼ਾਉਲ ਦੇ ਅੰਦਰ ਇੱਕ ਬਹੁਤ ਹੀ ਜ਼ਹਿਰੀਲੀ ਈਰਖਾ ਪੈਦਾ ਹੋ ਗਈ। ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਈਰਖਾ ਕਿੰਨੀ ਗੰਭੀਰ ਹੋ ਸਕਦੀ ਹੈ ਜਦੋਂ ਇਹ ਕਿਸੇ ਭਾਈਚਾਰੇ ਦੇ ਅੰਦਰ ਜੜ ਫੜ ਲਵੇ। ਸ਼ਾਉਲ ਵੱਲੋਂ ਚੁੱਕੇ ਗਏ ਇਹ ਯੋਜਨਾਬੱਧ ਕਦਮ ਵੇਖੋ। ਪਹਿਲਾਂ ਉਸਨੇ ਦਾਊਦ ਦਾ ਆਪਣੀ ਵੱਡੀ ਧੀ ਨਾਲ ਵਿਆਹ ਰੱਦ ਕੀਤਾ, ਫਿਰ ਆਪਣੀ ਛੋਟੀ ਧੀ ਮੀਕਲ ਨੂੰ ਦਾਊਦ ਲਈ ਇੱਕ ਜਾਲ ਵਜੋਂ ਵਰਤਿਆ ਅਤੇ ਫਿਰ ਦਾਊਦ ਨੂੰ ਬਹੁਤ ਹੀ ਖਤਰਨਾਕ ਫੌਜੀ ਅਹੁਦਿਆਂ ਉੱਤੇ ਰੱਖਿਆ ਤਾਂ ਜੋ ਉਹ ਮਾਰਿਆ ਜਾਵੇ। ਇਹ ਬਿਲਕੁਲ ਸਾਫ਼ ਵਿਖਾਉਂਦਾ ਹੈ ਕਿ ਕਿਵੇਂ ਅੰਦਰੂਨੀ ਈਰਖਾ ਇੱਕ ਗੁਆਂਢੀ ਜਾਂ ਭਰਾ ਨੂੰ ਇੱਕ ਜਾਨੀ ਦੁਸ਼ਮਣ ਵਿੱਚ ਬਦਲ ਦਿੰਦੀ ਹੈ। ਭਾਗ ਚੌਥਾ, ਲਾਲਚ ਦਾ ਜਾਲ। ਦਾਊਦ ਦਾ ਊਰੀਆ ਨਾਲ ਧੋਖਾ। ਹੁਣ ਦਾਊਦ ਵੱਲੋਂ ਆਪਣੇ ਵਫਾਦਾਰ ਸਿਪਾਹੀ ਊਰੀਆ ਵਿਰੁੱਧ ਰਚੀ ਗਈ ਸਾਜ਼ਿਸ਼ ਦੀ ਇਸ ਸਮਾਰੇਖਾ ਉੱਤੇ ਝਾਤ ਮਾਰਦੇ ਹਾਂ। ਪਹਿਲੇ ਦਿਨ ਊਰੀਆ ਨੂੰ ਸਰਗਰਮ ਜੰਗ ਦੇ ਮੈਦਾਨ ਤੋਂ ਵਾਪਸ ਬੁਲਾਇਆ ਗਿਆ। ਦੂਜੇ ਦਿਨ ਦਾਊਦ ਨੇ ਉਸ ਨੂੰ ਆਪਣੀ ਪਤਨੀ ਕੋਲ ਘਰ ਜਾਣ ਲਈ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਅਸਫਲ ਰਿਹਾ ਤਾਂ ਤੀਜੇ ਦਿਨ ਊਰੀਆ ਨੂੰ ਅਗਲੀਆਂ ਕਤਾਰਾਂ ਵਿੱਚ ਇੱਕ ਅਜਿਹੀ ਚਿੱਠੀ ਦੇ ਕੇ ਭੇਜਿਆ ਗਿਆ ਜਿਸ ਨੇ ਉਸ ਦੀ ਮੌਤ ਨੂੰ ਪੱਕਾ ਕਰ ਦਿੱਤਾ। ਇਹ ਇੱਕ ਗੁਆਂਢੀ ਦੀ ਪਤਨੀ ਦਾ ਲਾਲਚ ਕਰਨ ਦੇ ਭਿਆਨਕ ਨਤੀਜਿਆਂ ਨੂੰ ਬਿਆਨ ਕਰਦਾ ਹੈ। ਇਨ੍ਹਾਂ ਸਾਰੀਆਂ ਕਾਰਵਾਈਆਂ ਤੋਂ ਇਹ ਬਿਲਕੁਲ ਸਪਸ਼ਟ ਹੁੰਦਾ ਹੈ ਕਿ ਬੇਕਾਬੂ ਲਾਲਚ ਹਮੇਸ਼ਾ ਧੋਖਾਧੜੀ, ਸਾਜ਼ਿਸ਼ਾਂ ਅਤੇ ਅੰਤ ਵਿੱਚ ਵਫਾਦਾਰ ਭਾਈਚਾਰਕ ਮੈਂਬਰਾਂ ਦੇ ਵਿਨਾਸ਼ ਵੱਲ ਲੈ ਜਾਂਦਾ ਹੈ। ਪਾਸਟਰ ਇੱਥੇ ਬਿਲਕੁਲ ਸਹੀ ਕਹਿੰਦੇ ਹਨ ਕਿ ਦਾਊਦ ਦੀਆਂ ਕਾਰਵਾਈਆਂ ਲਾਲਚ ਨਾ ਕਰਨ ਦੇ ਹੁਕਮ ਨੂੰ ਤੋੜਨ ਦੇ ਖਤਰੇ ਦੀ ਸਭ ਤੋਂ ਵੱਡੀ ਉਦਾਹਰਣ ਹਨ। ਜਦੋਂ ਲਾਲਚ ਅੰਦਰ ਆਉਂਦਾ ਹੈ ਤਾਂ ਰਿਸ਼ਤੇ ਤਬਾਹ ਹੋ ਜਾਂਦੇ ਹਨ। ਭਾਗ ਪੰਜਵਾਂ, ਦੂਜਿਆਂ ਦੀ ਉੱਨਤੀ ਕਰਨ ਦੀਆਂ ਉਦਾਹਰਣਾਂ। ਮੂਸਾ ਦੀ ਨਿਰਸਵਾਰਥ ਲੀਡਰਸ਼ਿਪ। ਖੈਰ, ਇੱਥੇ ਲੀਡਰਸ਼ਿਪ ਦੀ ਇੱਕ ਬਹੁਤ ਹੀ ਦਿਲਚਸਪ ਤੁਲਨਾ ਵੇਖਣ ਨੂੰ ਮਿਲਦੀ ਹੈ।
ਇੱਕ ਪਾਸੇ ਸ਼ਾਉਲ ਦੀ ਈਰਖਾ ਹੈ, ਜਿਸ ਨੇ ਦਾਊਦ ਦੀ ਵਧ ਰਹੀ ਪ੍ਰਸਿੱਧੀ ਕਾਰਨ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ, ਪਰ ਦੂਜੇ ਪਾਸੇ ਮੂਸਾ ਦੀ ਖੁਸ਼ੀ ਹੈ, ਜਿਸ ਨੇ ਇੱਛਾ ਜ਼ਾਹਿਰ ਕੀਤੀ ਕਿ ਸਾਰੇ ਇਜ਼ਰਾਈਲੀ ਨਬੀ ਬਣ ਜਾਣ ਅਤੇ ਪ੍ਰਭੂ ਦੇ ਆਤਮਾ ਨਾਲ ਭਰ ਜਾਣ। ਇਹ ਸ਼ਾਉਲ ਦੇ ਜ਼ਹਿਰੀਲੇ ਵਿਵਹਾਰ ਅਤੇ ਮੂਸਾ ਦੀ ਨਿਰਸਵਾਰਥ ਇੱਛਾ ਵਿਚਕਾਰ ਇੱਕ ਬਹੁਤ ਹੀ ਡੂੰਘਾ ਅੰਤਰ ਦਰਸਾਉਂਦਾ ਹੈ। ਇੱਥੇ ਗਿਣਤੀ 11:29 ਦਾ ਇਹ ਹਵਾਲਾ ਬਹੁਤ ਕਮਾਲ ਦਾ ਹੈ। ਕਾਸ਼ ਕਿ ਪ੍ਰਭੂ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਪ੍ਰਭੂ ਆਪਣਾ ਆਤਮਾ ਉਨ੍ਹਾਂ ਉੱਤੇ ਪਾਉਂਦਾ। ਮੂਸਾ ਦਾ ਇਹ ਪ੍ਰਤੀਕਿਰਿਆ ਸੱਚਮੁੱਚ ਪ੍ਰੇਰਨਾਦਾਇਕ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਇੱਕ ਸੱਚਾ ਮਸੀਹੀ ਚਰਿੱਤਰ ਹਮੇਸ਼ਾ ਦੂਜਿਆਂ ਦੀ ਤਰੱਕੀ ਵਿੱਚ ਖੁਸ਼ੀ ਮਨਾਉਂਦਾ ਹੈ। ਜਦੋਂ ਭਾਈਚਾਰੇ ਵਿੱਚ ਕੋਈ ਅੱਗੇ ਵਧਦਾ ਹੈ ਤਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਖੁਸ਼ ਹੋਣਾ ਚਾਹੀਦਾ ਹੈ। ਮੂਸਾ ਦੀ ਇਹ ਉਦਾਹਰਣ ਸਾਬਿਤ ਕਰਦੀ ਹੈ ਕਿ ਸੱਚਾ ਗੁਆਂਢੀ ਪਿਆਰ ਬਿਨਾਂ ਕਿਸੇ ਈਰਖਾ ਦੇ ਸਾਥੀ ਵਿਸ਼ਵਾਸੀਆਂ ਦੀ ਨਿਰੰਤਰ ਤਰੱਕੀ ਦੀ ਭਾਲ ਕਰਦਾ ਹੈ। ਮੂਸਾ ਦੀ ਇਹ ਪੁਰਾਣੇ ਨੇਮ ਦੀ ਮਿਸਾਲ ਨਵੇਂ ਨੇਮ ਦੇ ਉਸ ਆਦਰਸ਼ ਨਾਲ ਪੂਰੀ ਤਰ੍ਹਾਂ ਜੁੜਦੀ ਹੈ, ਜਿੱਥੇ ਪੂਰੀ ਕਲੀਸਿਆ ਨੂੰ ਬਣਾਉਣ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਭਾਗ 6ਵਾਂ ਬਾਈਬਲ ਦੇ ਕਾਨੂੰਨ ਦੀ ਪੂਰਤੀ, ਇੱਕ ਸਹਾਇਕ ਭਾਈਚਾਰਾ ਉਸਾਰਣਾ। ਸੋ ਕਾਨੂੰਨ ਨੂੰ ਪੂਰਾ ਕਰਨ ਦੀਆਂ ਮੁੱਖ ਕੁੰਜੀਆਂ ਕੀ ਹਨ? ਇਸ ਵਿੱਚ ਸ਼ਾਮਿਲ ਹੈ ਦੂਜਿਆਂ ਨੂੰ ਆਪਣੇ ਹੀ ਸਰੀਰ ਦੇ ਜ਼ਰੂਰੀ ਅੰਗਾਂ ਵਜੋਂ ਵੇਖਣਾ, ਝੂਠੀ ਗਵਾਹੀ ਅਤੇ ਗੁਪਤ ਸਾਜ਼ਿਸ਼ਾਂ ਤੋਂ ਬਚਣਾ, ਸਾਥੀ ਮੈਂਬਰਾਂ ਦੀ ਸਫਲਤਾ ਵਿੱਚ ਖੁਸ਼ੀ ਮਨਾਉਣਾ ਅਤੇ ਲੋੜਵੰਦਾਂ ਨੂੰ ਤੁਰੰਤ ਮਦਦ ਪ੍ਰਦਾਨ ਕਰਨਾ। ਇਹ ਪਾਸਟਰ ਦੇ ਪੂਰੇ ਵਿਸ਼ਲੇਸ਼ਣ ਦਾ ਨਿਚੋੜ ਹੈ ਕਿ ਇੱਕ ਭਾਈਚਾਰਾ ਕਿਵੇਂ ਸਰਗਰਮ ਰੂਪ ਵਿੱਚ ਗੁਆਂਢੀ ਪਿਆਰ ਦਾ ਅਭਿਆਸ ਕਰਦਾ ਹੈ। ਠੀਕ ਹੈ, ਅੰਤ ਵਿੱਚ ਇੱਕ ਬਹੁਤ ਹੀ ਅਹਿਮ ਸਵਾਲ ਛੱਡ ਕੇ ਜਾਂਦੇ ਹਾਂ। ਜੇਕਰ ਸੱਚੇ ਪਿਆਰ ਨੂੰ ਗੁਆਂਢੀ ਨੂੰ ਨੁਕਸਾਨ ਪਹੁੰਚਾਉਣ ਤੋਂ ਇਨਕਾਰ ਕਰਨ ਦੁਆਰਾ ਮਾਪਿਆ ਜਾਂਦਾ ਹੈ, ਤਾਂ ਇੱਕ ਭਾਈਚਾਰਾ ਸਰਗਰਮ ਰੂਪ ਵਿੱਚ ਆਪਣੇ ਸਾਰੇ ਮੈਂਬਰਾਂ ਦੀ ਸਫਲਤਾ ਨੂੰ ਕਿਵੇਂ ਯਕੀਨੀ ਬਣਾਉਂਦਾ ਹੈ? ਇਹ ਸੱਚਮੁੱਚ ਵਿਚਾਰਨ ਵਾਲੀ ਗੱਲ ਹੈ। ਅੱਜ ਦੇ ਸਪਸ਼ਟੀਕਰਨ ਵਿੱਚ ਇੰਨਾ ਹੀ। ਉਮੀਦ ਹੈ ਕਿ ਡੂੰਘਾਈ ਭਰਿਆ ਅਧਿਐਨ ਸਭ ਲਈ ਲਾਹੇਵੰਦ ਰਿਹਾ ਹੋਵੇਗਾ।